ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਏਗੀ। ਤਾਂ ਸ਼ੁਰੂ ਕਰਦੇ ਹਾਂ ਜੀ। ਆਈਸੀਯੂ ਵਿੱਚ ਲੇਟੇ ਰਣਜੀਤ ਨੂੰ ਜਦੋਂ ਹੋਸ਼ ਆਈ ਤਾਂ ਉਸਨੂੰ ਤੇਜ਼ ਦਰਦ ਦਾ ਅਹਿਸਾਸ ਹੋਇਆ। ਕਮਜ਼ੋਰੀ ਦੀ ਵਜ੍ਹਾ ਕਰਕੇ ਕੰਬਦੀ ਆਵਾਜ਼ ਵਿੱਚ ਕਹਿੰਦਾ, ਮੈਂ ਕਿੱਥੇ ਹਾਂ? ਕੋਲ ਖੜੀ ਨਰਸ ਨੇ ਕਿਹਾ, ਡਾਕਟਰ ਰਣਜੀਤ, ਤੁਸੀਂ ਹਸਪਤਾਲ ਵਿੱਚ ਹੋ। ਹੁਣ ਤੁਸੀਂ ਠੀਕ ਹੋ। ਤੁਹਾਡਾ ਐਕਸੀਡੈਂਟ ਹੋ ਗਿਆ ਸੀ। ਕਹਿ ਕੇ ਨਰਸ ਉਸੇ ਵੇਲੇ ਸੀਨੀਅਰ ਡਾਕਟਰ ਨੂੰ ਬੁਲਾਉਣ ਲਈ ਚਲੀ ਗਈ। ਖਬਰ ਮਿਲਦੇ ਹੀ ਸੀਨੀਅਰ ਡਾਕਟਰ ਆਏ ਤੇ ਡਾਕਟਰ ਰਣਜੀਤ ਦੀ ਜਾਂਚ ਕਰਨ ਲੱਗੇ। ਜਾਂਚ ਦੇ ਬਾਅਦ ਕਹਿੰਦੇ, ਡਾਕਟਰ ਰਣਜੀਤ, ਤੁਸੀਂ ਬਹੁਤ ਖੁਸ਼ਕਿਸਮਤ ਹੋ ਜੋ ਇੰਨੇ ਵੱਡੇ ਐਕਸੀਡੈਂਟ ਦੇ ਬਾਅਦ ਵੀ ਠੀਕ ਹੋ ਗਏ। ਇੱਕ ਲੱਤ ਵਿੱਚ ਫ੍ਰੈਕਚਰ ਹੋ ਗਿਆ ਹੈ, ਕੁਝ ਜ਼ਖਮ ਨੇ ਜੋ ਜਲਦੀ ਠੀਕ ਹੋ ਜਾਣਗੇ। ਘਬਰਾਉਣ ਦੀ ਕੋਈ ਗੱਲ ਨਹੀਂ। ਡਾਕਟਰ ਦੇ ਚਲੇ ਜਾਣ ਦੇ ਬਾਅਦ ਨਰਸ ਨੇ ਡਾਕਟਰ ਰਣਜੀਤ ਨੂੰ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਉਹ ਆਉਂਦੇ ਹੀ ਹੋਣਗੇ। ਫਿਰ ਨਰਸ ਕੋਲ ਹੀ ਰੱਖੇ ਸਟੂਲ ਤੇ ਬੈਠ ਗਈ। ਰਣਜੀਤ ਗਹਿਰੀ ਸੋਚ ਵਿੱਚ ਪੈ ਗਿਆ ਕਿ ਆਪਣੀ ਜਾਨ ਬਚ ਜਾਣ ਦੀ ਖੁਸ਼ੀ ਮਨਾਏ ਜਾਂ ਆਪਣੀ ਜ਼ਿੰਦਗੀ ਦੀ ਬਰਬਾਦੀ ਦਾ ਦੁੱਖ ਮਨਾਏ। ਕਮਜ਼ੋਰੀ ਦੇ ਕਰਕੇ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਇੱਕ ਡਾਕਟਰ ਹੋਣ ਦੇ ਨਾਤੇ ਉਹ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਹਾਲਤ ਵਿੱਚ ਦਿਮਾਗ ਤੇ ਦਿਲ ਤੇ ਲਈ ਕੋਈ ਚਿੰਤਾ ਜਾਂ ਸੋਚ ਉਸ ਦੀ ਸਿਹਤ ਤੇ ਗਲਤ ਅਸਰ ਪਾ ਸਕਦੀ ਹੈ। ਪਰ ਉਹ ਕੀ ਕਰੇ, ਉਹ ਵੀ ਤਾਂ ਇੱਕ ਇਨਸਾਨ ਹੈ। ਉਸ ਦੇ ਵਿੱਚ ਇੱਕ ਪੁੱਤ, ਇੱਕ ਭਰਾ ਤੇ ਇੱਕ ਪਤੀ ਦਾ ਦਿਲ ਧੜਕਦਾ ਹੈ। ਇਹਨਾਂ ਯਾਦਾਂ ਤੇ ਗੱਲਾਂ ਤੋਂ ਦੂਰ ਕਿੱਥੇ ਤੇ ਦੂਰ ਕਿਵੇਂ ਜਾਏ। ਅੱਜ ਉਸ ਨੂੰ ਪਤਾ ਲੱਗਿਆ ਕਿ ਇੱਕ ਡਾਕਟਰ ਹੋ ਕੇ ਮਰੀਜ਼ ਨੂੰ ਹਦਾਇਤ ਦੇਣਾ ਕਿੰਨਾ ਆਸਾਨ ਹੁੰਦਾ ਹੈ, ਪਰ ਇੱਕ ਮਰੀਜ਼ ਬਣ ਕੇ ਉਹਨਾਂ ਹਦਾਇਤਾਂ ਦਾ ਪਾਲਣ ਕਰਨਾ ਕਿੰਨਾ ਔਖਾ। ਡਾਕਟਰ ਰਣਜੀਤ ਦੇ ਦਿਲ ਤੇ ਦਿਮਾਗ ਤੇ ਅਤੀਤ ਦੇ ਬੱਦਲ ਗਰਜਣ ਲੱਗੇ। ਡਾਕਟਰ ਰਣਜੀਤ ਨੂੰ ਯਾਦ ਆਇਆ ਆਪਣਾ ਉਹ ਪੁਰਾਣਾ ਘਰ, ਜਿੱਥੇ ਉਹ ਆਪਣੇ ਮਾਤਾ ਪਿਤਾ ਤੇ 2 ਭੈਣਾਂ ਦੇ ਨਾਲ ਰਹਿੰਦਾ ਸੀ। ਉਸ ਦੇ ਪਾਪਾ ਸਰਕਾਰੀ ਕਲਰਕ ਸੀ। ਉਹ ਰੋਜ਼ ਸਵੇਰੇ 9 ਵਜੇ ਆਪਣੀ ਪੁਰਾਣੀ ਸਾਈਕਲ ਤੇ ਦਫ਼ਤਰ ਜਾਂਦੇ ਤੇ ਸ਼ਾਮ ਨੂੰ 6 ਵਜੇ ਥੱਕੇ ਹਾਰੇ ਵਾਪਸ ਆਉਂਦੇ। ਉਸ ਦੀ ਮਾਂ ਬਹੁਤ ਹੀ ਸਿੱਧੀ ਸਾਦੀ ਔਰਤ ਸੀ। ਉਸਨੇ ਉਹਨਾਂ ਨੂੰ ਹਮੇਸ਼ਾ ਘਰ ਦੇ ਕੰਮਾਂ ਵਿੱਚ ਹੀ ਬਿਜ਼ੀ ਦੇਖਿਆ ਸੀ, ਕਦੇ ਵੀ ਆਰਾਮ ਨਹੀਂ ਕਰਦੀ ਸੀ। ਉਹ ਤਿੰਨੇ ਭੈਣ ਭਰਾ ਪੜ੍ਹਨ ਲਿਖਣ ਵਿੱਚ ਹੁਸ਼ਿਆਰ ਸੀ। ਜਿਵੇਂ ਹੀ ਭੈਣਾਂ ਦੀ ਪੜ੍ਹਾਈ ਖਤਮ ਹੋਈ, ਉਹਨਾਂ ਦੇ ਵਿਆਹ ਕਰ ਦਿੱਤੇ। ਪਾਪਾ ਦਾ ਅੱਧੇ ਤੋਂ ਜ਼ਿਆਦਾ ਪੈਸਾ ਭੈਣਾਂ ਦੇ ਵਿਆਹ ਵਿੱਚ ਖਰਚ ਹੋ ਗਿਆ। ਉਸ ਦੇ ਪਾਪਾ ਦੀ ਇੱਛਾ ਸੀ ਕਿ ਉਹ ਆਪਣੇ ਮੁੰਡੇ ਨੂੰ ਡਾਕਟਰ ਬਣਾਏ, ਪਰ ਇਸ ਇੱਛਾ ਦੇ ਕਰਕੇ ਉਹਨਾਂ ਨੇ ਆਪਣੇ ਸਾਰੇ ਸੁੱਖ ਤੇ ਆਰਾਮ ਤਿਆਗ ਦਿੱਤੇ। ਉਹ ਨਾ ਤਾਂ ਘਰ ਨੂੰ ਠੀਕ ਕਰਵਾ ਪਾਏ ਤੇ ਨਾ ਹੀ ਸਕੂਟਰ ਜਾਂ ਕਾਰ ਲੈ ਸਕੇ। ਬਰਸਾਤ ਵਿੱਚ ਜਦੋਂ ਜਗ੍ਹਾ ਜਗ੍ਹਾ ਤੋਂ ਛੱਤ ਤੋਂ ਪਾਣੀ ਟਪਕਣ ਲੱਗਦਾ ਤਾਂ ਮਾਂ ਜਗ੍ਹਾ ਜਗ੍ਹਾ ਤੇ ਭਾਂਡੇ ਰੱਖਦੀ ਰਹਿੰਦੀ। ਇਹ ਦੇਖ ਕੇ ਉਸ ਦਾ ਮਨ ਬਹੁਤ ਦੁਖਦਾ ਸੀ। ਉਹ ਸੋਚਦਾ ਸੀ ਕਿ ਕੀ ਕਰਨਾ ਇਹੋ ਜਿਹੀ ਪੜ੍ਹਾਈ ਦਾ ਜੋ ਮਾਂ ਪਿਓ ਦਾ ਸੁੱਖ ਚੈਨ ਹੀ ਖੋਹ ਲਵੇ। ਪਰ ਜਦੋਂ ਉਹ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਪਾਪਾ ਦੇ ਚਿਹਰੇ ਤੇ ਇੱਕ ਅਲੱਗ ਖੁਸ਼ੀ ਦਿਖਾਈ ਦਿੰਦੀ ਸੀ। ਉਸ ਨੂੰ ਦੇਖ ਕੇ ਉਸ ਨੂੰ ਬੜਾ ਦਿਲਾਸਾ ਮਿਲਦਾ। ਓਨੀ ਦੇਰ ਨੂੰ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਨੇ ਉਸ ਨੂੰ ਵਰਤਮਾਨ ਵਿੱਚ ਲੈ ਆਂਦਾ। ਉਸ ਦੇ ਮੰਮੀ ਪਾਪਾ ਤੇ ਭੈਣਾਂ ਆਈਆਂ ਸੀ। ਪਾਪਾ ਇੱਕ ਖੂੰਡੇ ਦੇ ਸਹਾਰੇ ਆ ਰਹੇ ਸੀ ਤੇ ਮਾਂ ਨੂੰ ਭੈਣਾਂ ਫੜ ਕੇ ਲਿਆ ਰਹੀਆਂ ਸੀ। ਉਸ ਦਾ ਮਨ ਘਬਰਾਉਣ ਲੱਗਿਆ। ਸੋਚਣ ਲੱਗਿਆ ਕਿ ਮੈਂ ਕਪੂਤ ਉਹਨਾਂ ਦੇ ਕਿਸੇ ਕੰਮ ਨਹੀਂ ਆਇਆ, ਪਰ ਇਹ ਅੱਜ ਵੀ ਉਸ ਦੇ ਬੁਰੇ ਸਮੇਂ ਵਿੱਚ ਉਸ ਦੇ ਨਾਲ ਖੜੇ ਨੇ। ਜਿਸ ਨੂੰ ਸਭ ਤੋਂ ਪਹਿਲਾਂ ਇੱਥੇ ਪਹੁੰਚਣਾ ਚਾਹੀਦਾ ਸੀ, ਉਸ ਦਾ ਤਾਂ ਕੋਹਾਂ ਦੂਰ ਤੱਕ ਪਤਾ ਨਹੀਂ। ਕਾਸ਼ ਉਹ ਇੱਕ ਪੰਛੀ ਹੁੰਦਾ, ਚੁਪਕੇ ਜਿਹੇ ਉੱਡ ਜਾਂਦਾ, ਕਿਤੇ ਛਿਪ ਜਾਂਦਾ। ਆਪਣੀ ਮੰਮੀ ਪਾਪਾ ਦਾ ਸਤਿਕਾਰ ਕਰਨ ਦੀ ਉਸ ਦੀ ਹਿੰਮਤ ਨਹੀਂ ਹੋ ਰਹੀ ਸੀ। ਉਸ ਨੇ ਅੱਖਾਂ ਬੰਦ ਕਰ ਲਈਆਂ। ਮਾਂ ਦਾ ਰੋਣਾ, ਭੈਣਾਂ ਦਾ ਦਿਲਾਸਾ ਦੇਣਾ, ਪਾਪਾ ਦਾ ਰੱਬ ਨੂੰ ਕਹਿਣਾ, ਸਭ ਉਸ ਦੇ ਕੰਨਾਂ ਵਿੱਚ ਪਿਘਲੇ ਹੋਏ ਸ਼ੀਸ਼ੇ ਦੀ ਤਰ੍ਹਾਂ ਪੈ ਰਿਹਾ ਸੀ। ਓਨੇ ਚਿਰ ਨੂੰ ਨਰਸ ਨੇ ਆ ਕੇ ਸਾਰਿਆਂ ਨੂੰ ਮਰੀਜ਼ ਦੀ ਹਾਲਤ ਦੱਸਦੇ ਹੋਏ ਬਾਹਰ ਜਾਣ ਨੂੰ ਕਿਹਾ। ਮੰਮੀ ਪਾਪਾ ਨੇ ਰਣਜੀਤ ਦੇ ਸਿਰ ਤੇ ਹੱਥ ਫੇਰਿਆ ਤਾਂ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਠੰਡੀਆਂ ਵਾਦੀਆਂ ਦੀ ਹਵਾ ਉਸ ਨੂੰ ਸੁਆ ਰਹੀ ਹੈ। ਹੌਲੀ ਹੌਲੀ ਸਭ ਬਾਹਰ ਚਲੇ ਗਏ।
ਰਣਜੀਤ ਫਿਰ ਅਤੀਤ ਦੀ ਟੁੱਟੀ ਹੋਈ ਤਾਰ ਨੂੰ ਜੋੜਨ ਲੱਗਿਆ। ਜਿਵੇਂ ਰਣਜੀਤ ਨੂੰ ਡਾਕਟਰ ਦੀ ਡਿਗਰੀ ਮਿਲੀ, ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੰਮੀ ਪਾਪਾ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ, ਭੈਣਾਂ ਵੀ ਖੁਸ਼ੀ ਨਾਲ ਫੁੱਲੀਆਂ ਨਹੀਂ ਸਮਾ ਰਹੀਆਂ ਸੀ। 2 ਦਿਨ ਬਾਅਦ ਹੀ ਇਹਨਾਂ ਖੁਸ਼ੀਆਂ ਨੂੰ ਦੁੱਗਣਾ ਕਰਦੇ ਹੋਏ ਇੱਕ ਹੋਰ ਖਬਰ ਮਿਲੀ। ਸ਼ਹਿਰ ਦੇ ਨਾਮੀ ਹਸਪਤਾਲ ਨੇ ਉਸ ਨੂੰ ਇੰਟਰਵਿਊ ਲਈ ਬੁਲਾਇਆ ਸੀ। 2 ਹਫ਼ਤੇ ਬਾਅਦ ਰਣਜੀਤ ਦੀ ਉਸ ਹਸਪਤਾਲ ਵਿੱਚ ਨੌਕਰੀ ਲੱਗ ਗਈ। ਉਸ ਦੇ ਪਾਪਾ ਦੀ ਬਹੁਤ ਇੱਛਾ ਸੀ ਕਿ ਉਹ ਆਪਣਾ ਕਲੀਨਿਕ ਵੀ ਖੋਲ੍ਹੇ। ਉਸਨੇ ਪਾਪਾ ਦੀ ਇੱਛਾ ਤੇ ਆਪਣੀ ਹਾਮੀ ਦੀ ਮੋਹਰ ਲਗਾ ਦਿੱਤੀ। ਉਹ ਹਸਪਤਾਲ ਵਿੱਚ ਬੜੇ ਜੋਸ਼ ਨਾਲ ਕੰਮ ਕਰਨ ਲੱਗਿਆ। ਅਜੇ ਰਣਜੀਤ ਨੂੰ ਨੌਕਰੀ ਮਿਲੇ 1 ਸਾਲ ਵੀ ਨਹੀਂ ਹੋਇਆ ਸੀ ਕਿ ਅਚਾਨਕ ਉਸ ਦੀ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਤੂਫਾਨ ਆਇਆ ਕਿ ਉਸਨੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ। ਦੁਪਹਿਰ ਦੇ ਲੰਚ ਦੇ ਬਾਅਦ ਰਣਜੀਤ ਡਾਕਟਰ ਸ਼ਾਮ ਪ੍ਰਸਾਦ ਦੇ ਨਾਲ ਗੱਲ ਕਰ ਰਿਹਾ ਸੀ। ਡਾਕਟਰ ਸ਼ਾਮ ਪ੍ਰਸਾਦ ਸੀਨੀਅਰ, ਅਨੁਭਵੀ ਤੇ ਬਹੁਤ ਹੀ ਚੰਗੇ ਸੁਭਾਅ ਦੇ ਸੀ। ਉਹ ਰਣਜੀਤ ਦੀ ਮਿਹਨਤ ਤੇ ਲਗਨ ਤੋਂ ਬਹੁਤ ਪ੍ਰਭਾਵਿਤ ਹੋ ਕੇ ਉਸ ਨੂੰ ਛੋਟੇ ਭਰਾ ਦੀ ਤਰ੍ਹਾਂ ਮੰਨਣ ਲੱਗੇ। ਉਸੇ ਸਮੇਂ ਇੱਕ ਜ਼ਖਮੀ ਕੁੜੀ ਨੂੰ ਹਸਪਤਾਲ ਲਿਆਂਦਾ ਗਿਆ। ਉਹ ਕਾਲਜ ਤੋਂ ਆ ਰਹੀ ਸੀ ਕਿ ਉਸ ਦਾ ਸਾਈਕਲ ਦਾ ਬੈਲੈਂਸ ਵਿਗੜ ਗਿਆ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਡਾਕਟਰ ਪ੍ਰਸਾਦ, ਰਣਜੀਤ ਤੇ ਹੋਰ ਡਾਕਟਰ ਉਸ ਦੇ ਇਲਾਜ ਵਿੱਚ ਲੱਗ ਗਏ। ਉਸ ਨੂੰ ਬਹੁਤ ਸੱਟਾਂ ਲੱਗੀਆਂ ਸੀ, ਇੱਕ ਲੱਤ ਫ੍ਰੈਕਚਰ ਹੋ ਗਈ ਸੀ। ਕੁੜੀ ਦੇ ਮੰਮੀ ਪਾਪਾ ਬਹੁਤ ਘਬਰਾਏ ਹੋਏ ਸੀ। ਉਹਨਾਂ ਨੂੰ ਹੌਸਲਾ ਦੇ ਕੇ ਬਾਹਰ ਵੇਟਿੰਗ ਹਾਲ ਵਿੱਚ ਬੈਠਣ ਨੂੰ ਕਿਹਾ। ਕੁੜੀ ਦੇ ਇਲਾਜ ਦਾ ਜ਼ਿੰਮਾ ਡਾਕਟਰ ਰਣਜੀਤ ਨੂੰ ਦਿੱਤਾ ਗਿਆ। ਕੁੜੀ ਬੇਹੋਸ਼ ਸੀ। ਉਸ ਦੇ ਹੋਸ਼ ਆਉਣ ਦਾ ਉਹ ਉੱਥੇ ਬੈਠੇ ਇੰਤਜ਼ਾਰ ਕਰਨ ਲੱਗਿਆ। ਕੁੜੀ ਬਹੁਤ ਹੀ ਸੁੰਦਰ ਸੀ, ਤਿੱਖੇ ਨੈਣ ਨਕਸ਼, ਗੋਰਾ ਰੰਗ, ਲੰਬੇ ਵਾਲ। ਉਸ ਦੇ ਹੋਸ਼ ਆਉਣ ਤੇ ਉਸ ਦੇ ਮੰਮੀ ਪਾਪਾ ਨੂੰ ਬੁਲਾਇਆ ਗਿਆ। ਗੱਲਾਂ ਵਿੱਚ ਪਤਾ ਚੱਲਿਆ ਕਿ ਕੁੜੀ ਦਾ ਨਾਮ ਨਿਮਰਤ ਹੈ। BA ਫਾਈਨਲ ਦਾ ਆਖਰੀ ਪੇਪਰ ਦੇ ਕੇ ਵਾਪਸ ਆ ਰਹੀ ਸੀ। ਸਹੇਲੀ ਦੇ ਨਾਲ ਗੱਲਾਂ ਕਰਦੀ ਆ ਰਹੀ ਸੀ ਤਾਂ ਐਕਸੀਡੈਂਟ ਹੋ ਗਿਆ। ਉਹਨਾਂ ਦਾ ਪਰਿਵਾਰ ਪਹਾੜੀ ਸੀ, ਪਰ ਉਹਨਾਂ ਨੇ ਈਸਾਈ ਧਰਮ ਅਪਣਾ ਲਿਆ ਸੀ। ਉਹਨਾਂ ਦੀ ਬਰਾਦਰੀ ਵਿੱਚ ਬਹੁਤ ਪਰਿਵਾਰ ਸੀ ਜਿਨ੍ਹਾਂ ਨੇ ਪਖੰਡਾਂ ਤੇ ਰੂੜੀਵਾਦੀਆਂ ਤੋਂ ਤੰਗ ਆ ਕੇ ਆਪਣੀ ਇੱਛਾ ਨਾਲ ਇਸ ਧਰਮ ਨੂੰ ਅਪਣਾਇਆ ਸੀ। ਅਗਲੇ ਦਿਨ ਜਦੋਂ ਰਣਜੀਤ ਵਾਰਡ ਵਿੱਚ ਮਰੀਜ਼ਾਂ ਨੂੰ ਦੇਖਣ ਗਿਆ ਤਾਂ ਨਿਮਰਤ ਉਸ ਵਾਰਡ ਵਿੱਚ ਹੀ ਸੀ। ਉਸ ਦੇ ਮੰਮੀ ਪਾਪਾ ਵੀ ਉੱਥੇ ਹੀ ਖੜੇ ਸੀ। ਡਾਕਟਰ ਰਣਜੀਤ ਨੇ ਜਦੋਂ ਨਿਮਰਤ ਦਾ ਹਾਲ ਚਾਲ ਪੁੱਛਿਆ ਤਾਂ ਉਸਨੇ ਆਪਣੀਆਂ ਲੰਬੀਆਂ ਪਲਕਾਂ ਝਮਕ ਕੇ ਠੀਕ ਮਹਿਸੂਸ ਕਰਨ ਦਾ ਇਸ਼ਾਰਾ ਕਰ ਦਿੱਤਾ। ਉਸ ਦੇ ਪਾਪਾ ਉਤਾਵਲੇ ਹੋ ਕੇ ਪੁੱਛਣ ਲੱਗੇ, ਡਾਕਟਰ, ਹੱਡੀ ਜੁੜਨ ਵਿੱਚ ਕਿੰਨਾ ਸਮਾਂ ਲੱਗੇਗਾ? ਠੀਕ ਤਾਂ ਹੋ ਜਾਏਗੀ ਨਾ? ਰਣਜੀਤ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ, ਹੱਡੀ ਜੁੜਨ ਵਿੱਚ ਥੋੜਾ ਸਮਾਂ ਲੱਗੇਗਾ। ਤੁਸੀਂ ਚਿੰਤਾ ਨਾ ਕਰੋ, ਤੁਹਾਡੀ ਬੇਟੀ ਬਿਲਕੁਲ ਠੀਕ ਹੋ ਜਾਏਗੀ। ਇਹ ਸੁਣ ਕੇ ਉਹਨਾਂ ਦੋਨਾਂ ਦੇ ਚਿਹਰੇ ਤੇ ਗਹਿਰੀ ਚਿੰਤਾ ਲੱਗਣ ਲੱਗੀ। ਇਹ ਦੇਖ ਕੇ ਡਾਕਟਰ ਰਣਜੀਤ ਨੂੰ ਹੈਰਾਨੀ ਹੋਈ। ਉਸਨੇ ਨਿਮਰਤ ਦੇ ਪਾਪਾ ਨੂੰ ਕਿਹਾ, ਤੁਹਾਡੀ ਬੇਟੀ ਠੀਕ ਹੈ, ਫਿਰ ਇਹ ਚਿੰਤਾ ਕਿਸ ਲਈ ਕਰ ਰਹੇ ਹੋ? ਪਰ ਇਸ ਤੇ ਨਿਮਰਤ ਦੇ ਪਾਪਾ ਨੇ ਝਿਜਕਦੇ ਹੋਏ ਦੱਸਿਆ, ਡਾਕਟਰ ਸਾਹਿਬ, ਨਿਮਰਤ ਦੇ ਪੇਪਰ ਖਤਮ ਹੋਣ ਦੇ ਬਾਅਦ ਇਸ ਦੀ ਅੰਗੇਜਮੈਂਟ ਹੋਣ ਵਾਲੀ ਸੀ। ਸਾਡੀ ਬਰਾਦਰੀ ਦੇ ਇੱਕ IAS ਮੁੰਡੇ ਦੇ ਨਾਲ ਇਸ ਦੇ ਵਿਆਹ ਦੀ ਗੱਲ ਪੱਕੀ ਹੋ ਗਈ ਸੀ। 3 ਦਿਨ ਬਾਅਦ ਮੁੰਡਾ ਅੰਗੇਜਮੈਂਟ ਦੀ ਰਸਮ ਦੇ ਲਈ ਆਉਣ ਵਾਲਾ ਹੈ। ਉਸ ਦੇ ਮੰਮੀ ਪਾਪਾ ਇੱਥੇ ਹੀ ਰਹਿੰਦੇ ਆ। ਰਣਜੀਤ ਨੇ ਕਿਹਾ, ਦੇਖੋ, ਤੁਸੀਂ ਪਹਿਲਾਂ ਆਪਣੀ ਬੇਟੀ ਦੀ ਸਿਹਤ 'ਤੇ ਧਿਆਨ ਦਿਓ, ਅੰਗੇਜਮੈਂਟ ਤਾਂ ਬਾਅਦ ਵਿੱਚ ਵੀ ਹੁੰਦੀ ਰਹੇਗੀ। ਕਹਿ ਕੇ ਰਣਜੀਤ ਬਾਕੀ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਵਾਰਡ ਵਿੱਚ ਬਾਹਰ ਜਾਣ ਤੋਂ ਪਹਿਲਾਂ ਨਿਮਰਤ ਨੂੰ ਕਹਿੰਦਾ, ਮੇਰੇ ਕੋਲ ਕੁਝ ਕਿਤਾਬਾਂ ਨੇ, ਤੈਨੂੰ ਭਿਜਵਾਉਂਦਾ ਹਾਂ, ਪੜ੍ਹਦੀ ਰਹੇਂਗੀ ਤਾਂ ਮਨ ਲੱਗਿਆ ਰਹੇਗਾ। ਅੱਜ ਨਿਮਰਤ ਦੇ ਹੋਣ ਵਾਲੇ ਘਰ ਵਾਲੇ ਉਸ ਦੇ ਪਰਿਵਾਰ ਵਾਲਿਆਂ ਦੇ ਆਉਣ ਦੀ ਉਮੀਦ ਵਿੱਚ ਉਸ ਦੇ ਮੰਮੀ ਪਾਪਾ ਜਲਦੀ ਆ ਗਏ। ਉਹ ਨਿਮਰਤ ਦੇ ਲਈ ਗੁਲਾਬੀ ਰੰਗ ਦਾ ਸੂਟ ਲਿਆਏ ਸੀ। ਨਿਮਰਤ ਨੇ ਚਿਹਰੇ 'ਤੇ ਵੀ ਖੁਸ਼ੀ ਝਲਕ ਰਹੀ ਸੀ। ਜਲਦੀ ਨਾਲ ਨਰਸ ਨੂੰ ਬੁਲਾ ਕੇ ਹੱਥ ਮੂੰਹ ਧੋ ਕੇ ਕੱਪੜੇ ਬਦਲ ਕੇ ਉਹ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ। ਸਵੇਰ ਤੋਂ ਸ਼ਾਮ ਹੋ ਗਈ ਪਰ ਮੁੰਡੇ ਦੇ ਪਰਿਵਾਰ ਦਾ ਕਿਤੇ ਦੂਰ ਤੱਕ ਅਤਾ ਪਤਾ ਨਹੀਂ ਸੀ। ਰਣਜੀਤ ਜਦੋਂ ਸ਼ਾਮ ਨੂੰ ਵਾਰਡ ਵਿੱਚ ਆਇਆ ਤਾਂ ਦੇਖਿਆ ਨਿਮਰਤ ਦੇ ਮੰਮੀ ਪਾਪਾ ਬਹੁਤ ਪਰੇਸ਼ਾਨ ਜਾ ਰਹੇ ਸੀ। ਨਿਮਰਤ ਨੂੰ ਇਹ ਕਹਿ ਕੇ ਉਹ ਚਰਚ ਵਿੱਚ ਜਾ ਕੇ
ਪਤਾ ਕਰਦੇ ਆਂ ਸ਼ਾਮ ਨੂੰ ਉਹ ਉੱਥੇ ਆਉਣਗੇ, ਬਸ ਸਭ ਕੁਝ ਠੀਕ ਹੋ ਜਾਵੇਗਾ। ਨਿਮਰਤ ਦੀ ਥਕਾਵਟ ਤੇ ਚਿੰਤਾ ਨਾਲ ਬੇਹਾਲ ਸੀ, ਚੁੱਪਚਾਪ ਚਾਦਰ ਲੈ ਕੇ ਸੌਂ ਗਈ। ਅਗਲੇ ਦਿਨ ਨਿਮਰਤ ਦੇ ਮੰਮੀ ਪਾਪਾ ਆਏ ਤਾਂ ਉਹਨਾਂ ਦੇ ਚਿਹਰੇ ਤੇ ਉਦਾਸੀ ਸੀ, ਜਿਵੇਂ ਕਈ ਸਾਲਾਂ ਤੋਂ ਬਿਮਾਰ ਹੋਣ। ਰਣਜੀਤ ਵਾਰਡ ਦੇ ਬਾਕੀ ਮਰੀਜ਼ਾਂ ਨੂੰ ਦੇਖ ਰਿਹਾ ਸੀ। ਨਿਮਰਤ ਦੀ ਮੰਮੀ ਆਉਂਦੇ ਹੀ ਗੁੱਸੇ ਨਾਲ ਕਹਿੰਦੀ, ਮੈਂ ਕਹਿੰਦੀ ਸੀ ਨਾ ਕਿ ਦਾਲ ਵਿੱਚ ਕੁਝ ਕਾਲਾ ਹੈ। ਚਰਚ ਵਿੱਚ ਮੁੰਡੇ ਦਾ ਪਰਿਵਾਰ ਆਇਆ ਸੀ, ਪਰ ਪਰਾਇਆਂ ਵਰਗਾ ਵਿਹਾਰ ਸੀ। ਬਸ ਹਾਲ ਚਾਲ ਪੁੱਛ ਕੇ ਚਰਚ ਤੋਂ ਨਿਕਲ ਗਏ। ਤੇਰਾ ਰਿਸ਼ਤਾ ਕਰਵਾਉਣ ਵਾਲੀ ਵੀ ਨਜ਼ਰਾਂ ਝੁਕਾ ਰਹੀ ਸੀ। ਮੈਂ ਕੋਲ ਜਾ ਕੇ ਪੁੱਛਿਆ ਤਾਂ ਕਹਿੰਦੀ ਮੁੰਡੇ ਦਾ ਪਰਿਵਾਰ ਬਹੁਤ ਘਟੀਆ ਨਿਕਲਿਆ। ਜਦੋਂ ਮੈਂ ਨਿਮਰਤ ਦੇ ਨਾਲ ਅੰਗੇਜਮੈਂਟ ਦੇ ਪ੍ਰੋਗਰਾਮ ਦੇ ਬਾਰੇ ਪੁੱਛਿਆ ਤਾਂ ਨਿਮਰਤ ਦੇ ਬਾਰੇ ਉਹ ਉਲਟਾ ਸਿੱਧਾ ਬੋਲਣ ਲੱਗੇ ਕਿ ਨਿਮਰਤ ਹੱਥ ਛੱਡ ਕੇ ਸਾਈਕਲ ਚਲਾ ਰਹੀ ਸੀ, ਕੁਝ ਮੁੰਡਿਆਂ ਦੇ ਨਾਲ ਰੇਸਿੰਗ ਕਰ ਰਹੀ ਸੀ। ਐਕਸੀਡੈਂਟ ਇਸ ਕਰਕੇ ਹੋਇਆ ਹੈ। ਨਾ ਭਾਈ ਨਾ, ਮੇਰੇ ਮੁੰਡੇ ਨੇ ਤਾਂ ਸਾਫ਼ ਮਨਾ ਕਰ ਦਿੱਤਾ ਹੈ ਕਿ ਮੈਂ ਅੰਗੇਜਮੈਂਟ ਨਹੀਂ ਕਰਨੀ। ਕਿਤੇ ਨਿਮਰਤ ਦੀ ਲੱਤ ਵਿੱਚ ਫ੍ਰੈਕਚਰ ਰਹਿ ਗਿਆ ਤਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ। ਉਸ ਨੂੰ ਤਾਂ ਆਏ ਦਿਨ ਕਲੱਬ ਵਿੱਚ ਪਾਰਟੀਆਂ 'ਤੇ ਜਾਣਾ ਪੈਂਦਾ ਹੈ। ਭਾਈ ਅਸੀਂ ਤਾਂ ਉਹੀ ਕੀਤਾ ਜੋ ਮੁੰਡੇ ਨੇ ਕਿਹਾ। ਚੰਗਾ ਹੋਇਆ ਅਜੇ ਗੱਲ ਹੀ ਹੋਈ ਸੀ, ਕੋਈ ਰਸਮ ਨਹੀਂ ਹੋਈ ਸੀ। ਸਾਰੀ ਗੱਲ ਸੁਣ ਕੇ ਨਿਮਰਤ ਦੀ ਮੰਮੀ ਹੈਰਾਨ ਹੋ ਕੇ ਸਟੂਲ 'ਤੇ ਬੈਠ ਗਈ ਤੇ ਰੋਣ ਲੱਗੀ। ਪਾਪਾ ਵੀ ਸਿਰ ਝੁਕਾ ਕੇ ਬੈਠ ਗਏ। ਇਹ ਸਭ ਸੁਣ ਕੇ ਨਿਮਰਤ ਗੁੱਸੇ ਨਾਲ ਕੰਬਣ ਲੱਗੀ। ਫਿਰ ਕਹਿੰਦੀ, ਉਸ ਦੀ ਇੰਨੀ ਹਿੰਮਤ, ਮੇਰੇ ਲਈ ਇਸ ਤਰ੍ਹਾਂ ਬੋਲਿਆ। ਉਸ ਦਿਨ ਤਾਂ ਮੁੰਡੇ ਦੀ ਮਾਂ ਮੁੰਡੇ ਦੀਆਂ ਤਾਰੀਫਾਂ ਦੇ ਪੁੱਲ ਬਣ ਰਹੀ ਸੀ। ਨਿਮਰਤ ਦੇ ਹੱਥ ਵਿੱਚ ਚਾਹ ਦਾ ਗਿਲਾਸ ਸੀ। ਉਸ ਨੇ ਉਸ ਨੂੰ ਜ਼ੋਰ ਨਾਲ ਹੇਠਾਂ ਸੁੱਟ ਦਿੱਤਾ। ਵਾਰਡ ਦੇ ਬਾਕੀ ਮਰੀਜ਼ ਉਸ ਨੂੰ ਦੇਖਣ ਲੱਗੇ। ਡਾਕਟਰ ਰਣਜੀਤ ਤੇ ਉਸਦੇ ਸਹਿਯੋਗੀ ਨਿਮਰਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਨਿਮਰਤ ਦੇ ਪਾਪਾ ਨਿਮਰਤ ਦੀ ਮਾਂ ਨੂੰ ਗੁੱਸੇ ਹੋਏ ਕਹਿੰਦੇ, ਤੈਨੂੰ ਸਭ ਕੁਝ ਦੱਸਣ ਦੀ ਕੀ ਜ਼ਰੂਰਤ ਸੀ। ਨਿਮਰਤ ਦੀ ਮੰਮੀ ਵੀ ਭਰੀ ਬੈਠੀ ਸੀ। ਗੁੱਸੇ ਵਿੱਚ ਕਹਿੰਦੀ, ਤਾਂ ਕੀ ਦੱਸਣ ਲਈ ਮੂਹਰਤ ਕਢਵਾਉਂਦੀ। ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਭੇਜ ਕੇ ਨਿਮਰਤ ਦੀ ਨੂੰ ਨੀਂਦ ਦਾ ਇੰਜੈਕਸ਼ਨ ਲਗਵਾਇਆ, ਪਰ ਪਲ ਭਰ ਵਿੱਚ ਹੀ ਸਭ ਕੁਝ ਖਤਮ ਹੋ ਗਿਆ। ਰਣਜੀਤ ਸੋਚਣ ਲੱਗਿਆ, ਇਹ ਨਿਮਰਤ ਦੇ ਨਾਲ ਠੀਕ ਨਹੀਂ ਹੋਇਆ। ਜੇ ਐਕਸੀਡੈਂਟ ਵਿਆਹ ਤੋਂ ਬਾਅਦ ਹੋ ਜਾਂਦਾ ਤਾਂ ਫਿਰ ਕੀ ਹੁੰਦਾ। ਉਸ ਨੂੰ ਸਮਾਜ ਤੇ ਇਹੋ ਜਿਹੇ ਮਤਲਬੀ ਲੋਕਾਂ ਤੋਂ ਨਫ਼ਰਤ ਹੋਣ ਲੱਗੀ। ਉਸ ਨੂੰ ਨਿਮਰਤ ਤੇ ਬਹੁਤ ਤਰਸ ਆਉਣ ਲੱਗਿਆ ਕਿ ਚੰਗੀ ਭਲੀ ਕੁੜੀ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲ ਦਿੱਤਾ। ਨਿਮਰਤ ਅਜੇ ਇਸ ਘਟਨਾ ਤੋਂ ਉਭਰੀ ਨਹੀਂ ਸੀ ਕਿ ਇੱਕ ਹੋਰ ਘਟਨਾ ਹੋ ਗਈ ਜਿਸ ਨੇ ਨਿਮਰਤ ਦੀ ਜ਼ਿੰਦਗੀ ਨੂੰ ਉਲਟੀ ਦਿਸ਼ਾ ਵਿੱਚ ਮੋੜ ਦਿੱਤਾ। 2 ਦਿਨ ਬਾਅਦ ਹੀ ਨਿਮਰਤ ਦੀ ਮੰਮੀ ਜਦੋਂ ਨਿਮਰਤ ਨੂੰ ਮਿਲਣ ਆਈ ਤਾਂ ਬਹੁਤ ਹੀ ਗੁੱਸੇ ਵਿੱਚ ਆਉਂਦੇ ਹੀ ਨਾ ਇੱਧਰ ਦੇਖਿਆ ਨਾ ਉੱਧਰ ਦੇਖਿਆ, ਨਿਮਰਤ ਨਾਲ ਬੋਲਣ ਲੱਗ ਗਈ। ਕਹਿੰਦੀ, ਨਿਮਰਤ ਸੱਚ ਸੱਚ ਦੱਸ, ਤੂੰ ਸੱਚਮੁੱਚ ਹੱਥ ਛੱਡ ਕੇ ਸਾਈਕਲ ਚਲਾ ਰਹੀ ਸੀ, ਮੁੰਡਿਆਂ ਦੇ ਨਾਲ ਰੇਸਿੰਗ ਕਰ ਰਹੀ ਸੀ। ਸਾਰੀ ਕਲੋਨੀ ਵਿੱਚ ਤੇਰੀ ਚਰਚਾ ਹੈ। ਨਿਮਰਤ ਦਾ ਦਿਲ ਤਾਂ ਪਹਿਲਾਂ ਹੀ ਚੋਟ ਖਾਏ ਬੈਠਾ ਸੀ। ਇਹ ਗੱਲਾਂ ਉਸ ਨੂੰ ਤੀਰ ਦੀ ਤਰ੍ਹਾਂ ਚੁਭਣ ਲੱਗੀਆਂ। ਮਾਵਾਂ ਧੀਆਂ ਵਿੱਚ ਬਹਿਸ ਨੇ ਖਤਰਨਾਕ ਰੂਪ ਲੈ ਲਿਆ। ਨਿਮਰਤ ਬੈੱਡ ਤੋਂ ਉੱਠਣ ਦੀ ਕੋਸ਼ਿਸ਼ ਵਿੱਚ ਡਿੱਗ ਗਈ। ਡਾਕਟਰ ਨੇ ਉਸ ਨੂੰ ਪ੍ਰਾਈਵੇਟ ਰੂਮ ਵਿੱਚ ਸ਼ਿਫਟ ਕਰ ਦਿੱਤਾ। ਸੀਨੀਅਰ ਡਾਕਟਰ ਨੇ ਨਿਮਰਤ ਦੇ ਘਰ ਵਾਲਿਆਂ ਤੇ ਨਿਮਰਤ ਨੂੰ ਮਿਲਣ ਤੇ ਪਾਬੰਦੀ ਲਗਾ ਦਿੱਤੀ, ਕਿਉਂਕਿ ਉਸ ਦਾ ਨਿਮਰਤ ਦੀ ਸਿਹਤ ਤੇ ਗਲਤ ਅਸਰ ਪੈ ਰਿਹਾ ਸੀ ਤੇ ਹਸਪਤਾਲ ਦਾ ਮਾਹੌਲ ਵੀ ਖਰਾਬ ਹੋ ਰਿਹਾ ਸੀ। ਉਹ ਨਿਮਰਤ ਦਾ ਹਾਲ ਡਾਕਟਰਾਂ ਤੋਂ ਫੋਨ ਤੇ ਹੀ ਪੁੱਛ ਸਕਦੇ ਸੀ। ਸਰੀਰਕ ਤੇ ਮਾਨਸਿਕ ਚੋਟ ਨੇ ਨਿਮਰਤ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਉਹ ਨਾ ਤਾਂ ਕਿਸੇ ਨਾਲ ਗੱਲ ਕਰਦੀ ਸੀ ਤੇ ਨਾ ਹੀ ਦਵਾਈ ਤੇ ਰੋਟੀ ਸਮੇਂ ਤੇ ਖਾਂਦੀ ਸੀ। ਸਾਰੇ ਡਾਕਟਰਾਂ ਨੇ ਉਸ ਨੂੰ ਸਮਝਾਇਆ, ਪਰ ਉਹ ਟਸ ਤੋਂ ਮਸ ਨਹੀਂ ਹੋਈ। ਇੱਕ ਦਿਨ ਡਾਕਟਰ ਰਣਜੀਤ ਨੇ ਨਿਮਰਤ ਨੂੰ ਸਮਝਾਇਆ, ਖੁਦਗਰਜ਼ ਲੋਕਾਂ ਲਈ ਕਿਉਂ ਆਪਣਾ ਤਨ ਤੇ ਮਨ ਨੂੰ ਕਸ਼ਟ ਦੇ ਰਹੀ ਹੈ, ਜੋ ਇੱਕ ਦੁਰਘਟਨਾ ਦੀ ਖਬਰ ਸੁਣ ਕੇ ਤੇਰੇ ਤੋਂ ਦੂਰ ਹੋ ਗਏ। ਚੰਗਾ ਹੋਇਆ ਇਹੋ ਜਿਹੇ ਖੁਦਗਰਜ਼ ਲੋਕਾਂ ਨਾਲ ਤੇਰਾ ਰਿਸ਼ਤਾ ਪੱਕਾ ਨਹੀਂ ਹੋਇਆ। ਇਸ ਦੇ ਬਾਅਦ ਨਿਮਰਤ ਰਣਜੀਤ ਨੂੰ ਆਪਣਾ ਦੋਸਤ ਸਮਝਣ ਲੱਗੀ। ਉਹ ਰਣਜੀਤ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀ। ਉਹ ਹੁਣ ਰਣਜੀਤ ਨੂੰ ਆਪਣੇ ਆਸੇ-ਪਾਸੇ ਦੇਖਣ ਲੱਗੀ। ਰਣਜੀਤ ਆਪਣਾ ਫ੍ਰੀ ਟਾਈਮ ਨਿਮਰਤ ਦੇ ਕਮਰੇ ਵਿੱਚ ਹੀ ਰਹਿੰਦਾ। ਰਾਜਨੀਤਿਕ, ਸਮਾਜਿਕ ਸਮੱਸਿਆਵਾਂ, ਫਿਲਮਾਂ, ਨੌਜਵਾਨ ਪੀੜ੍ਹੀ ਆਦਿ ਦੇ ਬਾਰੇ ਖੁੱਲ੍ਹ ਕੇ ਬਹਿਸ ਹੁੰਦੀ।
ਰਣਜੀਤ ਦਾ ਇਸ ਤਰ੍ਹਾਂ ਰੋਜ਼-ਰੋਜ਼ ਬੇਝਿਜਕ ਆਉਣਾ ਤੇ ਗੱਲਾਂ ਕਰਨਾ ਨਿਮਰਤ ਦੇ ਦਿਲ ਤੇ ਲੱਗੀ ਚੋਟ ਨੂੰ ਘੱਟ ਕਰਨ ਲੱਗਿਆ। ਪਲਸਟਰ ਖੁੱਲ੍ਹਣ ਵਿੱਚ ਹੁਣ ਕੁਝ ਹੀ ਦਿਨ ਰਹਿ ਗਏ ਸੀ। ਨਿਮਰਤ ਦੇ ਘਰ ਸੂਚਨਾ ਭੇਜ ਦਿੱਤੀ ਗਈ। ਰਣਜੀਤ ਜਦੋਂ ਨਿਮਰਤ ਦੇ ਕਮਰੇ ਵਿੱਚ ਗਿਆ ਤਾਂ ਉਹ ਰਣਜੀਤ ਤੋਂ ਪੁੱਛਣ ਲੱਗੀ ਕਿ ਤੁਸੀਂ ਮੈਨੂੰ ਕੋਈ ਛੋਟੀ-ਮੋਟੀ ਨੌਕਰੀ ਦਿਵਾ ਸਕਦੇ ਹੋ। ਰਣਜੀਤ ਨੇ ਕਾਰਨ ਪੁੱਛਿਆ ਤਾਂ ਉਹ ਕਹਿੰਦੀ ਮੈਂ ਹੁਣ ਘਰ ਨਹੀਂ ਜਾਵਾਂਗੀ। ਰਣਜੀਤ ਇਹ ਸੁਣ ਕੇ ਹੈਰਾਨ ਰਹਿ ਗਿਆ। ਰਣਜੀਤ ਨੇ ਬਹੁਤ ਸਮਝਾਇਆ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਘਰ ਨਹੀਂ ਛੱਡੀਦਾ ਹੁੰਦਾ, ਪਰ ਨਿਮਰਤ ਨੇ ਇੱਕ ਨਹੀਂ ਸੁਣੀ। ਉਹ ਕਹਿੰਦੀ ਡਾਕਟਰ ਰਣਜੀਤ, ਮੈਂ ਸਿਰਫ ਤੇਰੇ ਤੇ ਭਰੋਸਾ ਕਰਦੀ ਹਾਂ, ਤੈਨੂੰ ਆਪਣਾ ਸਮਝਦੀ ਹਾਂ, ਤੂੰ ਮੇਰੇ ਲਈ ਕੁਝ ਕਰ ਸਕਦਾ ਹੈ। ਮੈਂ ਇਸ ਸਮੇਂ ਤੁਹਾਡੀ ਸ਼ਰਨ ਵਿੱਚ ਆਈ ਹਾਂ। ਰਣਜੀਤ ਗਹਿਰੀ ਉਲਝਣ ਵਿੱਚ ਪੈ ਗਿਆ। ਫਿਰ ਕੁਝ ਸੋਚ ਸਮਝ ਕੇ ਕਹਿੰਦਾ ਤੇਰਾ BA ਦਾ ਰਿਜ਼ਲਟ ਤਾਂ ਅਜੇ ਆਇਆ ਨਹੀਂ। ਹਾਂ, ਕੁਝ ਟਿਊਸ਼ਨ ਮਿਲ ਸਕਦੀ ਹੈ, ਪਰ ਤੂੰ ਰਹੇਂਗੀ ਕਿੱਥੇ? ਇਹ ਸੁਣ ਕੇ ਨਿਮਰਤ ਬੇਵੱਸੀ ਨਾਲ ਰੋ ਪਈ। ਘਰ ਜਾਣਾ ਨਹੀਂ ਚਾਹੁੰਦੀ ਸੀ ਤੇ ਕੋਈ ਰਹਿਣ ਦਾ ਟਿਕਾਣਾ ਵੀ ਨਹੀਂ ਸੀ। ਰਣਜੀਤ ਉਸ ਨੂੰ ਪਿਆਰ ਨਾਲ ਸਮਝਾਉਣ ਲੱਗਿਆ, ਪਰ ਉਹ ਜਿੱਦ ਤੇ ਅੜ ਗਈ। ਕਹਿੰਦੀ ਮੈਂ ਤਾਂ ਤੁਹਾਡੀ ਸ਼ਰਨ ਵਿੱਚ ਆਈ ਹਾਂ, ਤੁਸੀਂ ਮੈਨੂੰ ਅਪਣਾ ਲਓ, ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ। ਤੇ ਉਹ ਰਣਜੀਤ ਦੇ ਪੈਰਾਂ ਤੇ ਡਿੱਗ ਗਈ। ਰਣਜੀਤ ਬਹੁਤ ਹੀ ਦੁਵਿਧਾ ਵਿੱਚ ਪੈ ਗਿਆ। ਉਸਨੇ ਨਿਮਰਤ ਨੂੰ ਹੌਸਲਾ ਦੇ ਕੇ ਬੈੱਡ ਤੇ ਬਿਠਾਇਆ ਤੇ ਫਿਰ ਜਲਦੀ ਨਾਲ ਬਾਹਰ ਨਿਕਲ ਗਿਆ। ਡਾਕਟਰ ਸ਼ਾਮ ਦੇ ਕਮਰੇ ਵਿੱਚ ਪਹੁੰਚ ਗਿਆ। ਉਹ ਉਸ ਨੂੰ ਆਪਣਾ ਵੱਡਾ ਭਰਾ ਤੇ ਮਾਰਗਦਰਸ਼ਨ ਮੰਨਦਾ ਸੀ। ਰਣਜੀਤ ਨੇ ਆਪਣੀ ਸਾਰੀ ਉਲਝਣ ਉਸ ਨੂੰ ਸੁਣਾਈ। ਸਭ ਸੁਣ ਕੇ ਡਾਕਟਰ ਸ਼ਾਮ ਪ੍ਰਸਾਦ ਗੰਭੀਰ ਸੋਚ ਵਿੱਚ ਪੈ ਗਏ। ਕਹਿੰਦੇ ਮੇਰੇ ਵਿਚਾਰ ਨਾਲ ਤੂੰ ਨਿਮਰਤ ਤੇ ਉਸਦੇ ਪਰਿਵਾਰ ਦੇ ਝਗੜੇ ਤੋਂ ਦੂਰ ਰਹੇ। ਨਿਮਰਤ ਅਜੇ ਨਾ ਸਮਝ ਹੈ, ਬਹੁਤ ਗੁੱਸੇ ਵਿੱਚ ਹੈ, ਇਸ ਲਈ ਇਸ ਤਰ੍ਹਾਂ ਕਹਿ ਰਹੀ ਹੈ ਜਦੋਂ ਹੋਰ ਕੋਈ ਸਹਾਰਾ ਨਹੀਂ ਮਿਲੇਗਾ ਤਾਂ ਖੁਦ ਹੀ ਘਰ ਚਲੀ ਜਾਏਗੀ। ਆਪਣੀ ਅੰਗੇਜਮੈਂਟ ਨਾ ਹੋਣ ਦਾ ਗੁੱਸਾ ਆਪਣੇ ਪਰਿਵਾਰ ਤੇ ਕੱਢ ਰਹੀ ਹੈ। ਡਾਕਟਰ ਸ਼ਾਮ ਪ੍ਰਸਾਦ ਦੀਆਂ ਗੱਲਾਂ ਉਸਦੇ ਸਿਰ ਦੇ ਉੱਤੋਂ ਲੰਘ ਰਹੀਆਂ ਸੀ। ਆਖਰ ਉਹ ਉੱਥੋਂ ਚੁੱਪਚਾਪ ਚਲਾ ਗਿਆ। ਰਣਜੀਤ ਸੋਚ ਰਿਹਾ ਸੀ ਕਿ ਕੁੜੀ ਬੇਵਸ ਹੈ ਤੇ ਦੁਖੀ ਹੈ। ਬੜੀ ਉਮੀਦ ਦੇ ਨਾਲ ਉਸਦੀ ਸ਼ਰਨ ਵਿੱਚ ਆਈ ਹੈ। ਹੁਣ ਉਹ ਉਸ ਨੂੰ ਕਿਵੇਂ ਠੁਕਰਾ ਦੇਵੇ? ਇਸੇ ਉਧੇੜਬੁਣ ਵਿੱਚ ਉਹ ਆਪਣੇ ਘਰ ਪਹੁੰਚ ਗਿਆ। ਰਣਜੀਤ ਨੂੰ ਦੇਖ ਕੇ ਮੰਮੀ ਪਾਪਾ ਖੁਸ਼ ਹੋ ਗਏ। ਮਾਂ ਜਲਦੀ ਨਾਲ ਚਾਹ ਬਣਾ ਕੇ ਲਿਆਈ। ਰਣਜੀਤ ਗੁੰਮਸੁੰਮ ਆਪਣੀ ਗੱਲ ਕਹਿਣ ਲਈ ਮੌਕਾ ਲੱਭ ਰਿਹਾ ਸੀ। ਪਾਪਾ ਨੇ ਉਸ ਦਾ ਚਿਹਰਾ ਦੇਖ ਕੇ ਪੁੱਛਿਆ ਕੁਝ ਪਰੇਸ਼ਾਨ ਲੱਗ ਰਿਹਾ ਹੈ। ਬਸ ਰਣਜੀਤ ਨੂੰ ਮੌਕਾ ਮਿਲ ਗਿਆ। ਉਸਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ। ਮੰਮੀ ਪਾਪਾ ਹੈਰਾਨ ਪਰੇਸ਼ਾਨ ਉਸ ਨੂੰ ਦੇਖਦੇ ਰਹਿ ਗਏ। ਥੋੜੀ ਦੇਰ ਕਮਰੇ ਵਿੱਚ ਚੁੱਪ ਛਾ ਗਈ। ਫਿਰ ਪਾਪਾ ਨੇ ਚੁੱਪੀ ਤੋੜਦੇ ਹੋਏ ਕਿਹਾ ਇਸ ਤਰ੍ਹਾਂ ਦਾ ਫੈਸਲਾ ਤੂੰ ਕਿਵੇਂ ਲੈ ਸਕਦਾ ਹੈ? ਆਪਣੇ ਮਾਪਿਓ ਨੂੰ ਠੁਕਰਾ ਕੇ ਆਉਣ ਵਾਲੀ ਦੂਜੇ ਧਰਮ ਦੀ ਕੁੜੀ ਨਾਲ ਵਿਆਹ, ਤੇ ਇਹ ਕਿਵੇਂ ਮੁਮਕਿਨ ਹੈ? ਮੰਨਿਆ ਅਸੀਂ ਗਰੀਬ ਹਾਂ, ਆਪਣਾ ਕੋਈ ਮਾਣ ਸਨਮਾਨ ਹੈ ਜਾਂ ਨਹੀਂ? ਮਾਂ ਤਾਂ ਰੋ ਰਹੀ ਸੀ। ਰਣਜੀਤ ਨੂੰ ਦੇਖਦੇ ਹੀ ਰਹਿ ਗਈ। ਉਸਦੇ ਇਸ ਯੋਗ ਬੇਟੇ ਨੇ ਕਿਹੋ ਜਿਹਾ ਸਵਾਲ ਖੜਾ ਕਰ ਦਿੱਤਾ। ਇੱਕ ਅੱਧੇ ਘੰਟੇ ਤੱਕ ਇਸ ਮਾਮਲੇ ਤੇ ਬਹਿਸ ਹੁੰਦੀ ਰਹੀ, ਪਰ ਦੋਨੇ ਪੱਖ ਆਪਣੀ ਆਪਣੀ ਗੱਲ ਤੇ ਅੜੇ ਰਹੇ। ਪਾਪਾ ਗੁੱਸੇ ਵਿੱਚ ਉੱਠ ਕੇ ਜਾਣ ਲੱਗੇ ਤਾਂ ਰਣਜੀਤ ਵੀ ਉੱਠ ਕੇ ਖੜਾ ਹੋ ਗਿਆ। ਕਹਿੰਦਾ ਮੈਂ ਨਹੀਂ ਮੰਨਦਾ ਤੁਹਾਡੇ ਰੂੜੀਵਾਦੀ ਸਮਾਜ ਨੂੰ ਤੇ ਤੁਹਾਡੀਆਂ ਪਰੰਪਰਾਵਾਂ ਨੂੰ। ਮੈਂ ਤਾਂ ਇੰਨਾ ਜਾਣਦਾ ਹਾਂ ਕਿ ਇੱਕ ਦੁਖੀ ਬੇਵਸ ਕੁੜੀ ਭਰੋਸਾ ਕਰਕੇ ਮੇਰੀ ਸ਼ਰਨ ਵਿੱਚ ਆਈ ਹੈ। ਉਸ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ। ਕਹਿੰਦਾ ਹੋਇਆ ਉਹ ਬਾਹਰ ਚਲਾ ਗਿਆ। ਹਸਪਤਾਲ ਵਿੱਚ ਪਹੁੰਚ ਕੇ ਰਣਜੀਤ ਨੇ ਆਪਣੇ ਖਾਸ 2-3 ਦੋਸਤਾਂ ਨੂੰ ਬੁਲਾ ਕੇ ਉਹਨਾਂ ਨੂੰ ਦੱਸਿਆ ਕਿ ਉਹ ਨਿਮਰਤ ਨਾਲ ਵਿਆਹ ਕਰਨ ਜਾ ਰਿਹਾ ਹੈ। ਵਿਆਹ ਕੋਰਟ ਵਿੱਚ ਹੀ ਹੋਏਗਾ। ਇਹ ਸੁਣ ਕੇ ਸਾਰੇ ਦੋਸਤ ਹੈਰਾਨ ਰਹਿ ਗਏ। ਉਹਨਾਂ ਨੇ ਵੀ ਰਣਜੀਤ ਨੂੰ ਬਹੁਤ ਸਮਝਾਇਆ ਤਾਂ ਉਹ ਗੁੱਸੇ ਵਿੱਚ ਕਹਿੰਦਾ ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ ਹੈ, ਬਸ ਮੈਂ ਕੋਈ ਵੀ ਪ੍ਰਚਾਰ ਸੁਣਨ ਦੇ ਮੂਡ ਵਿੱਚ ਨਹੀਂ ਆ। ਸਾਰੇ ਚੁੱਪ ਹੋ ਗਏ। ਰਣਜੀਤ ਹਸਪਤਾਲ ਵੱਲੋਂ ਮਿਲਣ ਵਾਲੇ ਕੁਆਟਰ ਦੇ ਲਈ ਕਹਿਣ ਚਲਾ ਗਿਆ। ਇਸ ਸਮੇਂ ਉਸ ਦੇ ਦਿਮਾਗ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਕਿ ਨਿਮਰਤ ਉਸ ਦੀ ਸ਼ਰਨ ਵਿੱਚ ਆਈ ਹੈ। ਉਸ ਨੂੰ ਉਸ ਦੀ ਰੱਖਿਆ ਕਰਨੀ ਚਾਹੀਦੀ ਹੈ। ਨਿਮਰਤ ਦਾ ਪਲਸਟਰ ਖੁੱਲ੍ਹ ਗਿਆ ਸੀ। ਡੰਡੇ ਦੇ ਸਹਾਰੇ ਚੱਲਣ ਦਾ ਅਭਿਆਸ ਕਰ ਰਹੀ ਸੀ। ਹੌਲੀ ਹੌਲੀ ਬਿਨਾਂ ਡੰਡੇ ਦੇ ਚੱਲਣ ਲੱਗੀ। 4 ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲਣੀ ਸੀ। ਰਣਜੀਤ ਨੇ 2 ਦਿਨ ਬਾਅਦ ਹੀ ਆਪਣੇ ਦੋਸਤ ਦੇ ਨਾਲ ਜਾ ਕੇ ਕੋਰਟ ਮੈਰਿਜ ਕਰ ਲਈ। ਫਿਰ ਦੋਸਤਾਂ ਦੇ ਨਾਲ ਜਾ ਕੇ ਘਰ ਦਾ ਕੁਝ ਸਮਾਨ ਵੀ ਖਰੀਦ ਲਿਆ। ਕੁਆਟਰ ਤਾਂ ਮਿਲ ਹੀ ਗਿਆ ਸੀ। ਨਿਮਰਤ ਰਣਜੀਤ ਦੇ ਨਾਲ ਜਾ ਕੇ ਆਪਣੇ
ਤੇ ਰਣਜੀਤ ਦੇ ਲਈ ਕੁਝ ਕੱਪੜੇ ਤੇ ਪਰਦੇ ਵਗੈਰਾ ਖਰੀਦ ਲਿਆਈ। ਦੋਨਾਂ ਨੇ ਆਪਣੀ ਛੋਟੀ ਜਿਹੀ ਗ੍ਰਹਿਸਥੀ ਵਸਾ ਲਈ। ਡਿਸਚਾਰਜ ਦੀ ਤਰੀਕ ਨੂੰ ਨਿਮਰਤ ਦੇ ਪਾਪਾ ਉਸ ਨੂੰ ਲੈਣ ਆਏ ਸੀ, ਪਰ ਜਦੋਂ ਉਹਨਾਂ ਨੂੰ ਨਿਮਰਤ ਦੀ ਰਣਜੀਤ ਦੇ ਨਾਲ ਵਿਆਹ ਦੀ ਗੱਲ ਦੀ ਸੂਚਨਾ ਮਿਲੀ ਸੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਗੁੱਸੇ ਦੇ ਮਾਰੇ ਉਹ ਹਸਪਤਾਲ ਦੇ ਪ੍ਰਬੰਧਕ ਅਧਿਕਾਰੀਆਂ ਤੇ ਡਾਕਟਰਾਂ ਦੇ ਨਾਲ ਲੜਨ ਲੱਗੇ ਸੀ। ਉਹ ਪੁਲਿਸ ਨੂੰ ਬੁਲਾਉਣ ਦੀ ਧਮਕੀ ਦੇਣ ਲੱਗੇ। ਇਹ ਸਭ ਸੁਣ ਕੇ ਰਣਜੀਤ ਤੇ ਨਿਮਰਤ ਹਸਪਤਾਲ ਆ ਗਏ। ਨਿਮਰਤ ਨੂੰ ਦੇਖ ਕੇ ਉਸਦੇ ਪਾਪਾ ਅੱਗ ਬਬੂਲਾ ਹੋ ਗਏ। ਨਿਮਰਤ ਪਾਪਾ ਦੇ ਸਾਹਮਣੇ ਤਣ ਕੇ ਖੜੀ ਹੋ ਗਈ ਤੇ ਕਹਿੰਦੀ, ਤੁਸੀਂ ਪਹਿਲਾਂ ਮੇਰੇ ਨਾਲ ਗੱਲ ਕਰੋ। ਮੈਂ ਤੇ ਰਣਜੀਤ ਦੋਨੇ ਬਾਲਗ ਹਾਂ, ਕਿਸੇ ਤੇ ਤੋਹਮਤ ਨਾ ਲਗਾਓ। ਅਸੀਂ ਆਪਣੀ ਇੱਛਾ ਦੇ ਨਾਲ ਵਿਆਹ ਕੀਤਾ ਹੈ। ਨਿਮਰਤ ਦੇ ਪਾਪਾ ਇਹ ਸੁਣ ਕੇ ਹੈਰਾਨ ਰਹਿ ਗਏ, ਫਿਰ ਪੈਰ ਮਾਰਦੇ ਹੋਏ ਉੱਥੋਂ ਚਲੇ ਗਏ। ਉਧਰ ਜਦੋਂ ਰਣਜੀਤ ਦੇ ਘਰ ਵਿੱਚ ਖਬਰ ਪਹੁੰਚੀ ਤਾਂ ਮੰਮੀ ਪਾਪਾ ਦੋਨੇ ਟੁੱਟ ਗਏ। ਪਾਪਾ ਤਾਂ ਸਦਮੇ ਦੇ ਕਰਕੇ ਬੁਰੀ ਤਰ੍ਹਾਂ ਡਿਪਰੈਸ਼ਨ ਵਿੱਚ ਚਲੇ ਗਏ। ਮਾਂ ਦੇ ਹੰਝੂ ਨਹੀਂ ਰੁਕ ਰਹੇ ਸੀ। ਡਾਕਟਰ ਨੇ ਦੱਸਿਆ ਕਿ ਮਾਨਸਿਕ ਚੋਟ ਲੱਗੀ ਹੈ, ਇਸ ਮਾਹੌਲ ਤੋਂ ਦੂਰ ਲੈ ਜਾਓ, ਫਿਰ ਸ਼ਾਇਦ ਤਬੀਅਤ ਕੁਝ ਠੀਕ ਹੋ ਜਾਏਗੀ। ਦੋਨੇ ਭੈਣਾਂ ਨੇ ਆਪਣੀ ਬਚਤ ਨਾਲ ਮਾਪਿਓ ਦਾ ਹਰਿਦੁਆਰ ਜਾਣ ਤੇ ਰਹਿਣ ਦਾ ਇੰਤਜ਼ਾਮ ਕਰ ਲਿਆ। 2 ਮਹੀਨੇ ਵਿੱਚ ਹੀ ਨਿਮਰਤ ਆਪਣੇ ਘਰ ਗ੍ਰਹਿਸਥੀ ਵਿੱਚ ਡੁੱਬ ਗਈ। ਉਸ ਨੂੰ ਆਪਣੇ ਕਾਲਜ ਦੇ ਉਹ ਦਿਨ ਯਾਦ ਆਉਣ ਲੱਗੇ। ਕਦੇ ਖਾਣਾ ਬਣਾਉਣ ਦਾ ਵੀ ਮੂਡ ਨਹੀਂ ਕਰਦਾ ਸੀ। ਕਦੇ ਦਾਲ ਸਬਜ਼ੀ ਕੱਚੀ ਰਹਿ ਜਾਂਦੀ ਤਾਂ ਕਦੇ ਰੋਟੀ ਸੜ ਜਾਂਦੀ। ਉਸਨੇ ਰਣਜੀਤ ਦੇ ਸਾਹਮਣੇ ਆਪਣੀ ਅੱਗੇ ਦੀ ਪੜ੍ਹਾਈ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਉਸਨੇ ਤੁਰੰਤ ਮੰਨ ਲਿਆ ਤੇ ਘਰ ਦੇ ਕੰਮਕਾਜ ਦੇ ਲਈ ਇੱਕ ਨੌਕਰਾਨੀ ਦਾ ਇੰਤਜ਼ਾਮ ਕਰ ਲਿਆ। ਰਣਜੀਤ ਦੀ ਸਾਦਗੀ ਦਾ ਫਾਇਦਾ ਉਠਾਉਂਦੇ ਹੋਏ ਨਿਮਰਤ ਨੇ ਆਪਣੇ ਪਰਿਵਾਰ ਨਾਲ ਵੀ ਮੋਬਾਈਲ ਦੇ ਜ਼ਰੀਏ ਟੁੱਟੇ ਹੋਏ ਰਿਸ਼ਤੇ ਜੋੜ ਲਏ। ਹੁਣ ਉਹ ਕਦੇ-ਕਦੇ ਕਾਲਜ ਦੇ ਬਾਅਦ ਆਪਣੇ ਪੇਕੇ ਘਰ ਵੀ ਜਾਣ ਲੱਗੀ। ਰਣਜੀਤ ਇਹਨਾਂ ਸਾਰੀਆਂ ਗੱਲਾਂ ਤੋਂ ਬੇਖਬਰ ਸੀ। ਉਹ ਜੀ ਜਾਨ ਨਾਲ ਨਿਮਰਤ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਕੁਝ ਸਮੇਂ ਬਾਅਦ ਰਣਜੀਤ ਨੂੰ ਲੱਗਿਆ ਕਿ ਨਿਮਰਤ ਵਿੱਚ ਬਹੁਤ ਬਦਲਾਵ ਆ ਗਿਆ ਹੈ। ਉਹ ਕਾਲਜ ਤੋਂ ਆ ਕੇ ਜਾਂ ਤਾਂ ਲੈਪਟਾਪ ਤੇ ਚੈਟ ਕਰਦੀ ਰਹਿੰਦੀ ਹੈ ਜਾਂ ਫਿਰ ਮੋਬਾਈਲ ਤੇ ਹੌਲੀ-ਹੌਲੀ ਗੱਲਾਂ ਕਰਦੀ ਰਹਿੰਦੀ ਹੈ। ਰਣਜੀਤ ਕਦੋਂ ਆਇਆ, ਕਦੋਂ ਗਿਆ, ਖਾਣਾ ਖਾਧਾ ਜਾਂ ਨਹੀਂ, ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ। ਉਸਨੇ ਸਭ ਕੁਝ ਨੌਕਰਾਨੀ ਤੇ ਛੱਡ ਦਿੱਤਾ ਸੀ। ਹੁਣ ਰਣਜੀਤ ਅੰਦਰ ਹੀ ਅੰਦਰ ਘੁੱਟਣ ਲੱਗਿਆ। ਉਸਨੇ ਦੇਖਿਆ ਕਿ ਅੱਜ ਕੱਲ੍ਹ ਨਿਮਰਤ ਗੱਲ-ਗੱਲ ਤੇ ਕਿਸੇ ਰਾਹੁਲ ਨਾਮ ਦੇ ਪ੍ਰੋਫੈਸਰ ਦਾ ਜ਼ਿਕਰ ਕਰਦੀ ਹੈ, ਜਿਵੇਂ ਕਿੰਨਾ ਵਧੀਆ ਪੜ੍ਹਾਉਂਦਾ ਹੈ, ਬਹੁਤ ਪੜ੍ਹੇ ਲਿਖੇ ਸਕਾਲਰ ਨੇ, ਦੇਖਣ ਵਿੱਚ ਵੀ ਬਹੁਤ ਸਮਾਰਟ ਹੈ, ਆਦ। ਰਣਜੀਤ ਨੇ ਕਿਹਾ, ਭਾਈ ਇਹੋ ਜਿਹੇ ਸਰਵਗੁਣ ਸੰਪੰਨ ਵਿਅਕਤੀ ਨਾਲ ਮੈਂ ਵੀ ਮਿਲਣਾ ਚਾਹੁੰਦਾ ਹਾਂ, ਕਦੇ ਉਸ ਨੂੰ ਆਪਣੇ ਘਰ ਬੁਲਾ ਲੈ। ਇਹ ਸੁਣ ਕੇ ਨਿਮਰਤ ਹੈਰਾਨ ਜਿਹੀ ਹੋ ਗਈ ਸੀ। ਸਮਾਂ ਬੀਤਦਾ ਗਿਆ। ਨਿਮਰਤ ਦੀ ਲਾਪਰਵਾਹੀਆਂ ਵੱਧਦੀਆਂ ਜਾ ਰਹੀਆਂ ਸੀ। ਕਦੇ ਕੱਪੜੇ ਧੋਤੇ ਨਾ ਹੁੰਦੇ ਤਾਂ ਕਦੇ ਘਰ ਵਿੱਚ ਖਲਾਰਾ ਪਿਆ ਹੁੰਦਾ। ਰਣਜੀਤ ਨੇ ਕਈ ਵਾਰ ਕਿਹਾ ਵੀ, ਪਰ ਨਿਮਰਤ ਨੇ ਕੋਈ ਧਿਆਨ ਨਹੀਂ ਦਿੱਤਾ। ਨਿਮਰਤ ਰਾਤ ਨੂੰ ਵੀ ਕਦੇ ਸਿਰ ਦਰਦ ਦੇ, ਕਦੇ ਥੱਕੇ ਹੋਣ ਦਾ ਬਹਾਨਾ ਕਰਕੇ ਜਲਦੀ ਸੌਂ ਜਾਂਦੀ। ਰਣਜੀਤ ਦੀਆਂ ਨੀਂਦਾਂ ਗਾਇਬ ਹੋ ਗਈਆਂ। ਉਸ ਨੂੰ ਇਸ ਤਰ੍ਹਾਂ ਲੱਗਣ ਲੱਗਿਆ ਕਿ ਉਹ ਠੱਗਿਆ ਗਿਆ ਹੈ। ਆਪਣੀ ਸ਼ਰਨ ਵਿੱਚ ਆਈ ਕੁੜੀ ਦਾ ਮਾਣ ਰੱਖਣ ਦੇ ਲਈ ਉਸਨੇ ਆਪਣਾ ਘਰ-ਬਾਰ, ਮਾਂ-ਪਿਓ, ਭੈਣਾਂ ਸਭ ਨੂੰ ਛੱਡ ਦਿੱਤਾ। ਪਰ ਉਸ ਨੂੰ ਕੀ ਮਿਲਿਆ? ਇਹ ਸੋਚਦੇ ਸਾਰੀ ਰਾਤ ਪਾਸੇ ਮਾਰਦਾ ਰਹਿੰਦਾ। ਵੈਸੇ ਤਾਂ ਰਣਜੀਤ ਦੀ ਜ਼ਿੰਦਗੀ ਵਿੱਚ ਚਿੰਤਾਵਾਂ ਤੇ ਤਣਾਅ ਦੇ ਬੱਦਲ ਹਮੇਸ਼ਾ ਦੇ ਲਈ ਛਾਏ ਹੋਏ ਸੀ, ਪਰ ਇੱਕ ਦਿਨ ਤਾਂ ਇਹੋ ਜਿਹਾ ਤੂਫਾਨ ਆਇਆ ਕਿ ਉਸ ਦੀ ਜ਼ਿੰਦਗੀ ਦਾ ਸਾਰਾ ਸੁੱਖ ਚੈਨ ਉਡਾ ਕੇ ਲੈ ਗਿਆ। ਇੱਕ ਦਿਨ ਡਾਕਟਰ ਸ਼ਾਮ ਪ੍ਰਸਾਦ ਦੇ ਨਾਲ ਰਣਜੀਤ ਇੱਕ ਹੋਟਲ ਵਿੱਚ ਗਿਆ। ਹੋਟਲ ਵਿੱਚ ਕੌਫੀ ਦਾ ਆਰਡਰ ਦੇ ਕੇ ਉਹ ਬੈਠੇ ਹੀ ਸੀ ਕਿ ਅਚਾਨਕ ਹਾਲ ਦੇ ਇੱਕ ਕੋਨੇ ਵਿੱਚ ਬੈਠੇ ਇੱਕ ਜੋੜੇ ਤੇ ਰਣਜੀਤ ਦੀ ਨਿਗਾਹ ਪੈ ਗਈ। ਇੱਕ ਗੋਰਾ ਸੁੰਦਰ ਆਦਮੀ ਮਹਿਲਾ ਸਾਥੀ ਦੇ ਨਾਲ ਹੱਥਾਂ ਨੂੰ ਫੜ ਕੇ ਬੈਠਾ ਸੀ। ਕਦੇ ਗੱਲਾਂ ਕਰਦਾ ਤਾਂ ਕਦੇ ਹੱਸਣ ਲੱਗ ਜਾਂਦਾ। ਅਚਾਨਕ ਉਸ ਆਦਮੀ ਨੇ ਉਸ ਔਰਤ ਦੇ ਹੱਥਾਂ ਨੂੰ ਚੁੰਮ ਲਿਆ। ਔਰਤ ਉੱਚੀ-ਉੱਚੀ ਹੱਸ ਰਹੀ ਸੀ। ਉਸ ਦੇ ਹੱਸਦੇ ਹੀ ਸਾਰੇ ਰਾਜ਼ ਖੁੱਲ੍ਹ ਗਏ। ਦਰਅਸਲ ਉਹ ਔਰਤ ਕੋਈ ਹੋਰ ਨਹੀਂ, ਨਿਮਰਤ ਹੀ ਸੀ। ਧਿਆਨ ਨਾਲ ਦੇਖਿਆ ਤਾਂ ਉਸ ਦੀ ਸਾੜੀ ਵੀ ਪਹਿਚਾਣ ਵਿੱਚ ਆ ਗਈ। ਇਹੀ ਸਾੜੀ ਤਾਂ ਅੱਜ ਕਾਲਜ ਜਾਂਦੇ ਸਮੇਂ ਨਿਮਰਤ ਪਾ ਕੇ ਗਈ ਸੀ। ਰਣਜੀਤ ਦਾ ਚਿਹਰਾ ਪੀਲਾ ਪੈ ਗਿਆ। ਇਹ ਦੇਖ ਕੇ ਡਾਕਟਰ ਸ਼ਾਮ ਪ੍ਰਸਾਦ ਨੇ ਵੀ ਪਲਟ ਕੇ ਉੱਧਰ ਦੇਖਿਆ। ਉਹ ਵੀ ਨਿਮਰਤ ਨੂੰ ਪਹਿਚਾਣ ਗਏ। ਹੋਟਲ ਵਿੱਚ ਕੁਝ ਅਣਹੋਣੀ ਨਾ ਹੋ ਜਾਏ, ਇਸ ਲਈ ਉਹ ਗੁੱਸੇ ਵਿੱਚ ਕੰਬਦੇ ਹੋਏ ਰਣਜੀਤ ਨੂੰ ਲਗਭਗ ਖਿੱਚਦੇ ਹੋਏ ਹੋਟਲ ਤੋਂ ਬਾਹਰ ਲੈ ਆਏ। ਲੜਖੜਾਉਂਦੀਆਂ ਹੋਈਆਂ ਲੱਤਾਂ ਨਾਲ ਕਿਸੇ ਤਰ੍ਹਾਂ ਰਣਜੀਤ ਗੱਡੀ ਵਿੱਚ ਬੈਠ ਗਿਆ।
ਗੁੱਸੇ ਨਾਲ ਉਹ ਅਜੇ ਤੱਕ ਕੰਬ ਰਿਹਾ ਸੀ। ਡਾਕਟਰ ਸ਼ਾਮ ਪ੍ਰਸਾਦ ਉਸਨੂੰ ਆਪਣੇ ਘਰ ਲੈ ਆਏ। ਰਣਜੀਤ ਦੇ ਦਿਲ ਤੇ ਗਹਿਰੀ ਚੋਟ ਲੱਗੀ ਸੀ। ਉਹ ਡਾਕਟਰ ਸ਼ਾਮ ਪ੍ਰਸਾਦ ਨਾਲ ਅੱਖਾਂ ਨਹੀਂ ਮਿਲਾ ਪਾ ਰਿਹਾ ਸੀ। ਉਸਦੇ ਦਿਲ ਦੇ ਟੁਕੜੇ ਟੁਕੜੇ ਹੋ ਗਏ ਕਿਉਂਕਿ ਰਣਜੀਤ ਹੁਣ ਨਿਮਰਤ ਨੂੰ ਚਾਹਣ ਲੱਗਿਆ ਸੀ। ਜਦੋਂ ਰਣਜੀਤ ਥੋੜਾ ਨਾਰਮਲ ਹੋਇਆ ਤਾਂ ਡਾਕਟਰ ਸ਼ਾਮ ਪ੍ਰਸਾਦ ਨੇ ਵੱਡੇ ਭਰਾ ਦੀ ਤਰ੍ਹਾਂ ਉਸ ਦੀ ਪਿੱਠ ਤੇ ਹੱਥ ਫੇਰਦੇ ਹੋਏ ਸਮਝਾਇਆ, ਰਣਜੀਤ, ਨਿਮਰਤ ਨਾਲ ਮੈਂ ਖੁਦ ਗੱਲ ਕਰਾਂਗਾ। ਉਸਨੇ ਇਸ ਤਰ੍ਹਾਂ ਕਿਉਂ ਕੀਤਾ, ਸਭ ਕੁਝ ਪੁੱਛਾਂਗਾ। ਰਣਜੀਤ, ਲਵ ਮੈਰਿਜ ਵਿੱਚ ਦੋਨਾਂ ਪਾਸਿਆਂ ਤੋਂ ਪੂਰਾ ਸਮਰਪਣ ਹੋਣਾ ਜ਼ਰੂਰੀ ਹੁੰਦਾ ਹੈ। ਤੂੰ 1 ਮਹੀਨੇ ਵਿੱਚ ਨਿਮਰਤ ਨੂੰ ਸਿਰਫ ਇੰਨਾ ਹੀ ਜਾਣ ਸਕਿਆ ਤੇ ਨਿਮਰਤ ਤੈਨੂੰ ਕਿੰਨਾ ਜਾਣ ਗਈ। ਬਸ ਇਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਬੈਠਾ ਤੂੰ। ਮੈਂ ਤੈਨੂੰ ਮਨਾ ਵੀ ਕੀਤਾ ਸੀ ਪਰ ਉਦੋਂ ਤੂੰ ਨਹੀਂ ਮੰਨਿਆ। ਰੱਖਿਆ ਕਰਨ ਦਾ ਭੂਤ ਤੇਰੇ ਤੇ ਸਵਾਰ ਸੀ। ਰਣਜੀਤ ਪਰੇਸ਼ਾਨੀ ਨਾਲ ਉੱਠ ਕੇ ਖੜਾ ਹੋਇਆ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਉਹ ਉਸ ਦੀ ਗੱਲ ਦਾ ਕੀ ਜਵਾਬ ਦੇਵੇ। ਡਾਕਟਰ ਸ਼ਾਮ ਪ੍ਰਸਾਦ ਰਣਜੀਤ ਨੂੰ ਉਸ ਦੇ ਘਰ ਤੱਕ ਪਹੁੰਚਾ ਆਏ। ਰਣਜੀਤ ਬੜੀ ਬੇਚੈਨੀ ਨਾਲ ਨਿਮਰਤ ਦਾ ਇੰਤਜ਼ਾਰ ਕਰਨ ਲੱਗਿਆ। ਉਹ ਅੰਦਰ ਹੀ ਅੰਦਰ ਸੁਲਗ ਰਿਹਾ ਸੀ। ਉਸਨੇ ਸੋਚ ਲਿਆ ਸੀ ਕਿ ਅੱਜ ਨਿਮਰਤ ਨਾਲ ਆਰ-ਪਾਰ ਦੀ ਗੱਲ ਕਰੇਗਾ। ਬਹੁਤ ਧੋਖਾ ਦੇ ਚੁੱਕੀ ਹੈ ਮੈਨੂੰ, ਪਰ ਹੁਣ ਬਸ ਹੋਰ ਨਹੀਂ। ਨਿਮਰਤ ਰੋਜ਼ ਦੀ ਤਰ੍ਹਾਂ ਬਾਅਦ ਦੁਪਹਿਰ ਘਰ ਆਈ। ਰਣਜੀਤ ਨੂੰ ਘਰੇ ਦੇਖ ਕੇ ਹੈਰਾਨ ਹੋ ਗਈ ਤੇ ਕਹਿੰਦੀ, ਅੱਜ ਮੈਂ ਤੁਹਾਨੂੰ ਬਹੁਤ ਜ਼ਿਆਦਾ ਥੱਕ ਗਈ ਹਾਂ। ਤੂੰ ਖਾਣਾ ਖਾ ਲੈਣਾ, ਮੈਂ ਨਹਾ ਕੇ ਆਉਂਦੀ ਹਾਂ। ਰਣਜੀਤ ਦੇ ਸਬਰ ਦਾ ਬੰਨ ਟੁੱਟ ਗਿਆ। ਉਸਨੇ ਨਿਮਰਤ ਨੂੰ 2 ਟੁਕ ਪੁੱਛਿਆ, ਤੂੰ ਅੱਜ ਕਾਲਜ ਦੇ ਬਾਅਦ ਕਿੱਥੇ ਗਈ ਸੀ? ਨਿਮਰਤ ਬਿਲਕੁਲ ਸਾਫ਼ ਝੂਠ ਬੋਲ ਗਈ। ਅੱਜ ਤਾਂ ਸਾਰੇ ਪ੍ਰੋਫੈਸਰ ਆਏ ਸੀ, ਇੱਕ ਦੇ ਬਾਅਦ ਇੱਕ ਲੈਕਚਰ ਹੁੰਦੇ ਰਹੇ। ਰਣਜੀਤ ਦਾ ਕ੍ਰੋਧ ਵੱਧਦਾ ਜਾ ਰਿਹਾ ਸੀ। ਉਹ ਨਿਮਰਤ ਦੇ ਮੂੰਹੋਂ ਸੱਚ ਸੁਣਨਾ ਚਾਹੁੰਦਾ ਸੀ ਪਰ ਨਿਮਰਤ ਨੇ ਉਸ ਨੂੰ ਕੁਝ ਨਹੀਂ ਦੱਸਿਆ। ਨਿਮਰਤ ਉੱਠ ਕੇ ਜਾਣ ਲੱਗੀ ਤਾਂ ਰਣਜੀਤ ਨੇ ਉਸ ਦਾ ਹੱਥ ਫੜ ਲਿਆ ਤੇ ਪੁੱਛਿਆ, ਹੋਟਲ ਵਿੱਚ ਕੌਣ ਬੈਠਾ ਸੀ, ਤੂੰ ਜਾਂ ਤੇਰੀ ਕੋਈ ਹਮਸ਼ਕਲ? ਇਹ ਸੁਣ ਕੇ ਨਿਮਰਤ ਬਹੁਤ ਹੀ ਜ਼ਿਆਦਾ ਘਬਰਾ ਗਈ। ਇੱਕ ਪਲ ਤਾਂ ਉਹ ਸਮਝ ਨਹੀਂ ਸਕੀ ਕਿ ਜਵਾਬ ਕੀ ਦੇਵਾਂ। ਫਿਰ ਬੁਖਲਾ ਕੇ ਰੌਲਾ ਪਾਉਣ ਲੱਗੀ, ਅੱਛਾ ਤੂੰ ਮੇਰੀ ਜਸੂਸੀ ਵੀ ਕਰਨ ਲੱਗਿਆ ਹੈ? ਤੇਰੀ ਸੋਚ ਇੰਨੀ ਘਟੀਆ ਹੈ ਰਣਜੀਤ, ਮੈਂ ਸੋਚ ਵੀ ਨਹੀਂ ਸਕਦੀ। ਪ੍ਰੋਫੈਸਰ ਦੇ ਨਾਲ ਕੌਫੀ ਪੀਣ ਚਲੀ ਗਈ ਤਾਂ ਕਿਹੜਾ ਅਸਮਾਨ ਟੁੱਟ ਗਿਆ। ਅੱਛਾ, ਕੌਫੀ ਪੀਂਦੇ ਹੋਏ ਪ੍ਰੋਫੈਸਰ ਹੱਥ ਚੁੰਮਣ ਲੱਗਦੇ ਆ, ਇਸ ਵਿੱਚ ਵੀ ਕੋਈ ਗੱਲ ਨਹੀਂ ਹੈ, ਇਹ ਵੀ ਆਮ ਗੱਲ ਹੈ। ਰਣਜੀਤ ਗੁੱਸੇ ਵਿੱਚ ਬੋਲੀ ਜਾ ਰਿਹਾ ਸੀ। ਚੋਰੀ ਫੜੀ ਜਾਣ ਤੇ ਨਿਮਰਤ ਗੁੱਸੇ ਵਿੱਚ ਚੀਜ਼ਾਂ ਚੁੱਕ ਚੁੱਕ ਕੇ ਸੁੱਟਣ ਲੱਗੀ। ਉਹ ਰੌਲਾ ਪਾਉਣ ਲੱਗੀ, ਕਹਿੰਦੀ, ਮੈਂ ਵੀ ਕਿੰਨੀ ਛੋਟੇ ਵਿਚਾਰਾਂ ਵਾਲੇ ਬੰਦੇ ਨਾਲ ਵਿਆਹ ਕਰ ਲਿਆ ਪਰ ਤੂੰ ਤਾਂ ਮੇਰੇ ਯੋਗ ਹੀ ਨਹੀਂ ਹੈ। ਮੈਂ ਜਲਦਬਾਜ਼ੀ ਵਿੱਚ ਗਲਤ ਬੰਦਾ ਚੁਗ ਲਿਆ। ਕਹਿ ਕੇ ਉਹ ਝਟਕੇ ਵਿੱਚ ਉੱਠੀ ਤੇ ਆਪਣੇ ਕੁਝ ਕੱਪੜੇ ਬੈਗ ਵਿੱਚ ਪਾ ਕੇ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਈ। ਰਣਜੀਤ ਕੁਝ ਦੇਰ ਤੱਕ ਬੁੱਤ ਬਣਿਆ ਬੈਠਾ ਰਹਿ ਗਿਆ। ਫਿਰ ਅਚਾਨਕ ਉਸ ਨੂੰ ਹੋਸ਼ ਆਇਆ ਤਾਂ ਬਾਈਕ ਚੁੱਕ ਕੇ ਨਿਮਰਤ ਨੂੰ ਦੇਖਣ ਲਈ ਨਿਕਲ ਗਿਆ। ਨਿਮਰਤ ਦੀਆਂ ਗੱਲਾਂ ਰਣਜੀਤ ਦੇ ਦਿਮਾਗ ਤੇ ਇਸ ਤਰ੍ਹਾਂ ਲੱਗ ਰਹੀਆਂ ਸੀ ਜਿਵੇਂ ਕੋਈ ਹਥੌੜੇ ਨਾਲ ਉਸ ਦੇ ਸਿਰ ਤੇ ਵਾਰ ਕਰ ਰਿਹਾ ਹੋਵੇ। ਉਹ ਬਾਈਕ ਚਲਾ ਰਿਹਾ ਸੀ ਪਰ ਉਸ ਦਾ ਧਿਆਨ ਕਿਤੇ ਹੋਰ ਹੀ ਸੀ। ਛੋਟੇ ਵਿਚਾਰ ਵਾਲਾ, ਜਸੂਸੀ ਕਰਨ ਵਾਲਾ, ਛੋਟੀ ਸੋਚ, ਇਹੋ ਜਿਹੀਆਂ ਉਸ ਦੀਆਂ ਗੱਲਾਂ ਉਸ ਦੇ ਦਿਮਾਗ ਤੇ ਟਕਰਾ ਰਹੀਆਂ ਸੀ ਤਾਂ ਉਸ ਦੀ ਬਾਈਕ ਸਾਹਮਣੇ ਤੇਜ਼ ਆ ਰਹੀ ਕਾਰ ਨਾਲ ਜਾ ਟਕਰਾਈ ਤੇ ਉਹ ਦੂਰ ਜਾ ਕੇ ਡਿੱਗ ਗਿਆ। ਉਸ ਦੇ ਬਾਅਦ ਕੀ ਹੋਇਆ ਉਸ ਨੂੰ ਨਹੀਂ ਪਤਾ। ਹੁਣ ਹਸਪਤਾਲ ਵਿੱਚ ਹੋਸ਼ ਆਇਆ। ਅਚਾਨਕ ਕਿਸੇ ਆਵਾਜ਼ ਨੇ ਰਣਜੀਤ ਦੀ ਸੋਚਾਂ ਦੀ ਤੰਦ ਨੂੰ ਤੋੜ ਦਿੱਤਾ ਤਾਂ ਉਸਨੇ ਦੇਖਿਆ ਸਾਹਮਣੇ ਉਸ ਦੀ ਭੈਣ ਤੇ ਡਾਕਟਰ ਸ਼ਾਮ ਪ੍ਰਸਾਦ ਖੜੇ ਸੀ। ਡਾਕਟਰ ਸ਼ਾਮ ਪ੍ਰਸਾਦ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, ਰਣਜੀਤ, ਚੰਗਾ ਹੋਇਆ ਇੰਨਾ ਵੱਡਾ ਐਕਸੀਡੈਂਟ ਹੋਣ ਦੇ ਬਾਅਦ ਵੀ ਤੂੰ ਖਤਰੇ ਤੋਂ ਬਾਹਰ ਹੈ। ਹੁਣ ਤੂੰ ਨਿਮਰਤ ਦੇ ਬਾਰੇ ਸੋਚਣਾ ਤੇ ਪਰੇਸ਼ਾਨ ਹੋਣਾ ਬੰਦ ਕਰ ਦੇ। ਜੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਉਹ ਮਾफ़ੀ ਮੰਗ ਕੇ ਵਾਪਸ ਆਏਗੀ ਤੇ ਜੇ ਇਸ ਤਰ੍ਹਾਂ ਨਹੀਂ ਕਰਦੀ ਹੈ ਤਾਂ ਸਮਝ ਲੈ ਉਹ ਤੇਰੇ ਯੋਗ ਨਹੀਂ ਹੈ। ਤੂੰ ਉਸ ਨੂੰ ਉਸ ਦੇ ਹਾਲ 'ਤੇ ਛੱਡ ਦੇ। ਬਸ ਹੁਣ ਤੂੰ ਜਲਦੀ ਠੀਕ ਹੋ ਜਾ। ਭੈਣ ਨੇ ਵੀ ਡਾਕਟਰ ਸ਼ਾਮ ਪ੍ਰਸਾਦ ਦੀ ਹਾਂ ਵਿੱਚ ਹਾਂ ਮਿਲਾਈ ਤੇ ਕਹਿੰਦੀ, ਰਣਜੀਤ, ਤੂੰ ਭੁੱਲ ਗਿਆ ਹੈ ਕਿ ਅਜੇ ਤਾਂ ਤੂੰ ਆਪਣਾ ਘਰ ਵੀ ਠੀਕ ਕਰਾਉਣਾ ਹੈ। ਅਜੇ ਤਾਂ ਤੂੰ ਬਹੁਤ ਕੁਝ ਕਰਨਾ ਹੈ ਰਣਜੀਤ, ਤੇ ਹਾਂ, ਸਭ ਤੋਂ ਜ਼ਰੂਰੀ ਕਲੀਨਿਕ ਵੀ ਖੋਲ੍ਹਣਾ ਹੈ। ਤੂੰ ਇਹ ਸੁਣ ਕੇ ਰਣਜੀਤ ਤੇਜ਼ ਦਰਦ ਵਿੱਚ ਵੀ ਮੁਸਕਰਾ ਪਿਆ।
ਫਿਰ ਉਸਨੇ ਸੋਚ ਲਿਆ ਕਿ ਹੁਣ ਆਪਣੇ ਪਰਿਵਾਰ ਦੇ ਨਾਲ ਹੀ ਰਹੇਗਾ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਮਿਲਦੇ ਹਾਂ ਜੀ ਕਿਸੇ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।